देश दुनिया च वसदे पंजाबियों ਨੂੰ ਜੀ ਆਇਆਂ। मैं हरजिंदर सिंह रंधावा, तुस देख रहे हो पंजाब टैलीविजन और मेरे नाल ने सीनियर जर्नलिस्ट राजीव भास्कर जी। भास्कर साहब जी आया। ਧੰਨਵਾਦ ਰੰਧਾਵਾ ਜੀ। ਅੱਜ ਭਾਸਕਰ ਸਾਹਿਬ ਮੈਨੂੰ ਮੁੱਦੇ ਦੱਸਣਗੇ ਕਿ ਕਿੰਨਾ ਮੁੱਦਿਆਂ ਤੇ ਅਸੀਂ ਅੱਗੇ ਵਧਣਾ, ਕਿਉਂਕਿ ਇਹਨਾਂ ਨੇ ਦਿਨ ਭਰ ਦੇ ਸਾਰੇ ਮਸਲਿਆਂ ਨੂੰ ਬਾਰੀਕੀ ਨਾਲ ਸਟੱਡੀ ਕੀਤਾ। ਭਾਸਕਰ ਸਾਹਿਬ, ਕਿੰਨਾ ਰਾਵਾਂ ਤੇ ਤੁਰਨਾ ਅੱਜ ਦੱਸਿਓ ਜ਼ਰਾ। ਰੰਧਾਵਾ ਜੀ, ਸਭ ਤੋਂ ਪਹਿਲੇ ਤੇ ਆਪਾਂ ਗੱਲ ਕਰਾਂਗੇ ਡਰੱਗ ਦੇ ਉਸ ਮੁੱਦੇ ਤੇ ਜਿਸ ਮੁੱਦੇ ਤੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ। ਨਵਜੋਤ ਸਿੰਘ ਸਿੱਧੂ ਉਹਨਾਂ ਲਗਾਤਾਰ ਇੱਕ ਅਕਾਲੀ ਆਗੂ ਦੇ ਖਿਲਾਫ ਨਾ ਲੈ ਕੇ ਉਹ ਗੱਲਾਂ ਕਰਦੇ ਨੇ ਕਿ ਵੀ ਉਹ ਡਰੱਗ ਦੇ ਮੁੱਦੇ ਦੇ ਵਿੱਚ ਇਨਵੋਲਵ ਹੀ ਨਹੀਂ ਸੀਗੇ, ਯਾਨੀ ਪੂਰੀ ਕੌਨਸਪੀਰੇਸੀ ਉਹਨਾਂ ਨੇ ਰਚੀ ਸੀਗੀ ਔਰ ਲਾਲ ਬੱਤੀ ਵਾਲੀ ਗੱਡੀਆਂ ਦੇ ਵਿੱਚ ਅਕਾਲੀਆਂ ਦੇ ਰਾਜ ਦੇ ਵਿੱਚ ਡਰੱਗ ਸਪਲਾਈ ਹੁੰਦੀ ਸੀਗੀ। ਉਸ ਮੁੱਦੇ ਤੇ ਮਾਮਲਾ ਕੋਰਟ ਦੇ ਵਿੱਚ ਪੈਂਡਿੰਗ ਸੀਗਾ। ਸਾਰਿਆਂ ਨੂੰ ਪਤਾ ਹੈ ਕਿ STF ਨੇ ਇੱਕ ਰਿਪੋਰਟ ਸਬਮਿਟ ਕੀਤੀ ਸੀਗੀ, ਜਿਸ ਰਿਪੋਰਟ ਦੇ ਉੱਤੇ ਸਿੱਧੂ ਉਹਨਾਂ ਹੁਣ ਐਲੀਗੇਸ਼ਨ ਲਗਾਉਂਦੇ ਨੇ ਕਿ 2.5-3 ਸਾਲ ਹੋ ਗਏ ਉਸ ਰਿਪੋਰਟ ਦੇ ਉੱਤੇ ਕੋਈ ਕੰਮ ਨਹੀਂ ਹੋਇਆ, ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿੱਤਾ, ਭਾਵੇਂ ਕਿ ਉਸ ਰਿਪੋਰਟ ਦੇ ਬੇਸ ਤੇ ਪੁਖਤਾ ਸਬੂਤ ਸੀਗੇ ਜੋ ਅਕਾਲੀ ਲੀਡਰ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਕਾਫੀ ਐਪਰੋਪਰੀਏਟ ਸੀਗੇ ਔਰ ਐਕਸ਼ਨ ਲਿੱਤਾ ਜਾ ਸਕਦਾ ਸੀਗਾ। ਦੂਜਾ ਮਸਲਾ ਆਪਾਂ ਗੱਲ ਕਰ ਸਕਦੇ ਹਾਂ ਕਿ ਸਿੱਧੂ ਉਹਨਾਂ ਬਾਦਲਕਿਆਂ ਦੇ ਖਿਲਾਫ ਤੇ ਮਜੀਠੀਆ ਉਹਨਾਂ ਦੇ ਖਿਲਾਫ ਸ਼ਰੇਆਮ ਐਲੀਗੇਸ਼ਨ ਲਾ ਰਹੇ ਨੇ ਕਿ ਬਾਦਲ ਪਰਿਵਾਰ ਬੇਅਦਬੀਆਂ ਦੇ ਕਾਂਡ ਦੇ ਵਿੱਚ, ਬੇਅਦਬੀਆਂ ਦੇ ਜਿਹੜੇ ਇਨਸੀਡੈਂਟਸ ਹੋਏ ਸੀਗੇ ਉਹਦੇ ਵਿੱਚ ਇਨਵੋਲਵ ਸੀਗਾ ਔਰ ਕੋਟਕਪੂਰਾ ਬਹਿਬਲ ਕਲਾਂ ਦੀ ਗੋਲੀ ਦੇ ਪਿੱਛੇ ਵੀ ਉਸ ਟਾਈਮ ਦੇ ਗ੍ਰਹਿ ਮੰਤਰੀ, ਮੁੱਖ ਮੰਤਰੀ ਔਰ ਡਿਪਟੀ ਚੀਫ ਮਿਨਿਸਟਰ ਇਨਵੋਲਵ ਸੀਗੇ। ਔਰ ਮਜੀਠੀਆ ਉਹਨਾਂ ਦੇ ਖਿਲਾਫ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਅਸੀਂ ਪਹਿਲੀ ਗੱਲ ਕਰ ਚੁੱਕੇ ਹਾਂ ਕਿ ਡਰੱਗ ਦੇ ਮੁੱਦੇ ਤੇ ਉਹ ਨਾਂ ਲੈ ਕੇ ਲਾ ਰਹੇ ਨੇ। ਜਿਹੜੇ ਮਜੀਠੀਆ ਉਹਨਾਂ, ਜਿਹੜਾ ਬਾਦਲ ਪਰਿਵਾਰ, ਜਦ ਵੀ ਉਹਨਾਂ ਦੀ ਤਰਫ ਉਂਗਲ ਉੱਠਦੀ ਸੀਗੀ ਉਹ ਹਮੇਸ਼ਾ ਡੈਫੇਮੇਸ਼ਨ ਦਾ ਕੇਸ ਕਰਦੇ ਸੀਗੇ, ਜੋ ਕਿ ਕੇਜਰੀਵਾਲ ਦੇ ਖਿਲਾਫ ਵੀ ਹੋਇਆ। ਕੇਜਰੀਵਾਲ ਨੇ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ 2017 ਤੋਂ ਪਹਿਲੇ ਲਾਏ ਸੀਗੇ, ਪਰ 2017 ਤੋਂ ਪਹਿਲੇ ਹੀ ਡੈਫੇਮੇਸ਼ਨ ਦਾ ਕੇਸ ਮਜੀਠੀਆ ਉਹਨਾਂ ਦੇ ਖਿਲਾਫ ਪਾਇਆ ਔਰ ਐਂਡ ਇਹ ਹੋਇਆ ਕਿ ਕੇਜਰੀਵਾਲ ਉਹਨਾਂ ਨੂੰ ਮਜੀਠੀਆ ਉਹਨਾਂ ਤੋਂ ਲਿਖ ਕੇ ਮਾਫੀ ਮੰਗਣੀ ਪਈ। ਉਹ ਹੁਣ ਡੈਫੇਮੇਸ਼ਨ ਦਾ ਕੇਸ ਅੱਜ ਕਿੱਥੇ ਹੈਗਾ? ਕਿਉਂ ਨਹੀਂ ਮਜੀਠੀਆ ਉਹਨਾਂ, ਬਾਦਲ ਪਰਿਵਾਰ, ਸਿੱਧੂ ਉਹਨਾਂ ਦੇ ਖਿਲਾਫ ਡੈਫੇਮੇਸ਼ਨ ਦਾ ਕੇਸ ਕਰਦੇ? ਇਹਦਾ ਕਾਰਨ ਤੀਜਾ ਮੁੱਦਾ, ਸੋਸ਼ਲ ਮੀਡੀਆ ਦੇ ਉੱਤੇ ਇੱਕ ਬਜ਼ ਚੱਲ ਰਹੀ ਹੈ ਕਿ ਕੈਪਟਨ ਸਾਹਿਬ ਆਪਣੀ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਸਕਦੇ ਨੇ। ਏਦਾਂ ਦੀ ਇੱਕ ਬਜ਼ ਯਾਦ ਹੋਏਗਾ ਤੁਹਾਨੂੰ 2017 ਤੋਂ ਪਹਿਲੇ ਵੀ ਚੱਲੀ ਸੀ, ਜਦ ਬਾਜਵਾ ਉਹਨਾਂ ਦੇ ਖਿਲਾਫ ਜਿਹੜੇ ਉਸ ਟਾਈਮ ਦੇ PPCC ਦੇ ਪ੍ਰਧਾਨ ਸੀਗੇ, ਉਹਨਾਂ ਨੇ ਇੱਕ ਸੋਨੀਆ ਗਾਂਧੀ ਨੂੰ ਚਿੱਠੀ ਵੀ ਲਿਖੀ ਸੀ ਔਰ ਵੱਖ-ਵੱਖ ਰੈਲੀਆਂ ਹੋਣੀ ਸ਼ੁਰੂ ਹੋ ਗਈ ਸੀ ਵੀ ਇਹ ਕੈਪਟਨ ਦੀ ਰੈਲੀ ਹੈ, ਬਾਜਵਾ ਦੀ ਰੈਲੀ। ਉਸ ਤੋਂ ਬਾਅਦ ਇੱਕ ਇਸ ਬਜ਼ ਦੀ ਜਿਹੜੀ ਗੱਲ ਕਰ ਰਹੇ ਹਾਂ ਕਿ ਉਹ ਆਪਣੀ ਪੋਲੀਟੀਕਲ ਪਾਰਟੀ ਬਣਾ ਰਹੇ ਨੇ ਔਰ ਉਹਨਾਂ ਦੇ BJP ਦੇ ਨਾਲ ਅਲਾਈਅੰਸ ਦੀ ਵੀ ਸੰਭਾਵਨਾ ਸੀਗੀ। ਕੈਪਟਨ ਸਾਹਿਬ ਨੇ ਆਪ ਇਹ ਮੰਨਿਆ ਸੀਗਾ ਕਿ ਇਹ ਜਿਹੜੀ ਖਬਰਾਂ ਛਪ ਰਹੀ ਹੈ ਇਹ ਬਿਲਕੁਲ ਸੱਚ ਸੀਗੀ। ਜੇ ਕਿਤੇ ਮੈਨੂੰ PPCC ਦਾ ਪ੍ਰਧਾਨ ਜਾਂ CM ਵਜੋਂ ਪ੍ਰੋਜੈਕਟ ਨਹੀਂ ਕੀਤਾ ਜਾਂਦਾ ਤੇ ਮੈਂ ਆਪਣੀ ਪੋਲੀਟੀਕਲ ਪਾਰਟੀ ਬਣਾ ਲੈਣੀ ਸੀਗੀ। ਅੱਜ ਫੇਰ ਉਹ ਗੱਲਾਂ ਚੱਲ ਰਹੀ ਹੈ ਕਿ ਕੈਪਟਨ ਸਾਹਿਬ ਆਪਣੀ ਇੱਕ ਪੋਲੀਟੀਕਲ ਪਾਰਟੀ ਬਣਾ ਸਕਦੇ ਨੇ। ਉਸ ਪੋਲੀਟੀਕਲ ਪਾਰਟੀ ਦੇ ਨਵੇਂ ਟਰੱਕ ਤੇ, ਸਜੇ ਹੋਏ ਟਰੱਕ ਤੇ ਕਿਹੜਾ ਕਾਂਗਰਸੀ ਚੜ ਸਕਦਾ ਹੈ, ਇਸ ਮੁੱਦੇ ਦੀ ਵੀ ਅਸੀਂ ਚਰਚਾ ਕਰਾਂਗੇ। ਬਿਲਕੁਲ ਦੋਸਤੋ, ਸੱਚਿਓ ਬੜਾ ਸੋਹਣਾ ਖਾਕਾ ਉਲੇਖ ਦਿੱਤਾ ਹੈ ਭਾਸਕਰ ਸਾਹਿਬ ਨੇ। ਇਹ ਵਾਦੀਆਂ ਚ ਨੇ, ਹਿਮਾਚਲ ਦੀਆਂ ਚ, ਹਿਮਾਲਿਆ ਦੇ ਦਰਾਂ ਤੇ ਨੇ ਔਰ ਮੈਨੂੰ ਇੰਜ ਲੱਗਦਾ ਕਿ ਕਾਫੀ એનર્ਜੀ ਨਾਲ ਭਰਪੂਰ ਵੀ ਨੇ। ਭਾਸਕਰ ਸਾਹਿਬ, ਮੈਂ ਪਹਿਲਾ ਮੁੱਦਾ ਇਹ ਲੈਣਾ ਚਾਹੂੰਗਾ ਜਿਹੜਾ ਤੁਸੀਂ ਦੂਜੇ ਨੰਬਰ ਤੇ ਰੱਖਿਆ ਕਿ ਆਖਰ ਕੇਜਰੀਵਾਲ ਦੇ ਖਿਲਾਫ ਓਵਰਨਾਈਟ ਅਦਾਲਤ ਵਿੱਚ ਕੁੰਡਾ ਖੜਕਾਉਣ ਵਾਲੇ ਮਜੀਠੀਆ ਸਿੱਧੂ ਦੇ ਖਿਲਾਫ ਡੈਫੇਮੇਸ਼ਨ ਦਾ ਕੇਸ ਕਿਉਂ ਨਹੀਂ ਕਰ ਰਹੇ? ਕਿਹੜੇ ਡਰ ਨੇ ਜਿਨ੍ਹਾਂ ਕਰਕੇ ਸਿੱਧੀ ਅਦਾਲਤੀ ਕਾਰਵਾਈ ਚ ਪੈਣ ਤੋਂ ਬਚਿਆ ਜਾ ਰਿਹਾ, ਜਦ ਕਿ ਪੂਰੀ ਦੀ ਪੂਰੀ ਸਿਆਸਤ ਡਰੱਗ ਦੇ ਮਾਮਲਿਆਂ ਤੇ ਗਰਮਾਈ ਹੋਈ ਆ? ਕੋਈ ਦੋਸ਼ੀ ਅਜੇ ਤੱਕ ਸਾਬਤ ਨਹੀਂ ਹੋਇਆ, ਕਿਸੇ ਦੇ ਉੱਤੇ ਅਦਾਲਤ ਨੇ ਕਿਸੇ ਤਰ੍ਹਾਂ ਦੀ ਕੋਈ ਜੱਜਮੈਂਟ ਨਹੀਂ ਸੁਣਾਈ, ਲੇਕਿਨ ਸਭ ਦੋਸ਼ ਪ੍ਰਤੀ ਦੋਸ਼ ਨੇ। ਕੁਝ ਤੱਥ ਨੇ, ਕੁਝ ਰਿਪੋਰਟਾਂ ਨੇ, ਕੁਝ ਇਨਵੈਸਟੀਗੇਸ਼ਨਸ ਤੇ ਮਸਲੇ ਨੇ। ਉਹ ਸਭ ਮਸਲੇ ਨੇ ਹੁਣ ਜਦੋਂ ਸਿੱਧੇ ਨਾਉ ਨਾ ਹੀ ਆਂਦੇ ਨਾ ਜੀ, ਹੁਣ ਸਿੱਧੀ ਹੋ ਗਏ, ਉਸ ਵੇਲੇ ਇੱਕ ਧਿਰ ਹਮਲਾਵਰ ਹੈ, ਦੂਜੀ ਧਿਰ ਡਿਫੈਂਸਿਵ ਹੋ ਗਈ ਆ। ਕਿ ਇਹ ਮਜੀਠੀਆ ਸਾਹਿਬ ਵੀ ਇੱਕ ਜਗ੍ਹਾ ਆਪਣੀ ਫੇਸਬੁੱਕ ਦੀਵਾਰ ਤੇ ਲਿਖਦੇ ਆ ਕਿ ਕਾਂਗਰਸ ਪਾਰਟੀ ਨੂੰ ਚਾਹੀਦਾ ਉਹਨਾਂ ਨੂੰ ਕਿਤੇ ਚੈੱਕ ਚੁੱਕ ਕਰਾਉਣ, ਬੁਖਲਾੜ ਦਾ ਨਤੀਜਾ ਹੈ, ਜਦ ਕਿ ਕੇਜਰੀਵਾਲ ਦੇ ਮਾਮਲੇ 'ਚ ਰਾਤੋਂ ਰਾਤ ਕੇਸ ਹੋ ਗਏ ਸੀ। ਮੈਨੂੰ ਇਹ ਜ਼ਰਾ ਹੁਣ ਸਮਝਾਇਓ, ਇਹ ਤੁਹਾਨੂੰ ਵੈਸੇ ਕੀ ਲੱਗਦਾ, ਕਿਉਂਕਿ ਤੁਸੀਂ ਮੁੱਦਾ ਦਿਲਚਸਪ ਲਿਆ। ਤੁਸੀਂ ਦੇਖੋ ਕਿ 2017 ਤੋਂ ਪਹਿਲੇ ਭਾਵੇਂ ਉਹ ਕਾਂਗਰਸ ਹੋਏ ਜਾਂ ਫਿਰ ਆਮ ਆਦਮੀ ਪਾਰਟੀ ਦੀ ਉਸ ਟਾਈਮ ਮੰਨਿਆ ਜਾਂਦਾ ਸੀ ਵੀ ਇੱਕ ਲਹਿਰ ਜੀ ਚੱਲ ਰਹੀ ਹੈ ਔਰ ਸਰਕਾਰੀ ਏਜੰਸੀਆਂ ਦੀ ਵੀ ਜਿਹੜੀ ਸਰਵੇ ਕਰਾਏ ਗਏ ਸੀ ਉਹਨਾਂ ਦੇ,
ਔਰ ਹੋਰ तमाम ਤਰੀਕੇ ਦੇ ਸਰਵੇ ਇਹ ਕਹਿੰਦੇ ਸੀਗੇ ਕਿ ਸ਼ਾਇਦ ਕੇਜਰੀਵਾਲ ਦੀ ਸਰਕਾਰ ਆ ਸਕਦੀ ਹੈ। ਔਰ ਕੇਜਰੀਵਾਲ ਜਦ ਵੀ ਪੰਜਾਬ ਦੀ ਸਟੇਜਾਂ ਤੋਂ ਅਕਾਲੀਆਂ ਦੇ ਖਿਲਾਫ ਬੋਲਦੇ ਸੀ ਤੇ ਉਹਨਾਂ ਦਾ ਨਾਂ, ਮਜੀਠੀਆ ਉਹਨਾਂ ਦਾ ਨਾਂ ਜ਼ਰੂਰ ਲੈਂਦੇ ਸੀ। ਔਰ ਇੱਥੇ ਤੱਕ ਕਿ ਉਹ ਆਪਣੇ ਵੋਲੰਟੀਅਰਸ ਨੂੰ, ਵਰਕਰਸ ਨੂੰ ਇਹ ਤੱਕ ਕਹਿੰਦੇ ਸੀਗੇ ਕਿ ਆਪਣੇ ਪਿੰਡਾਂ ਦੇ ਉੱਤੇ, ਪਿੰਡਾਂ ਦੇ ਬਾਹਰ ਪੋਸਟਰ ਲਾਓ ਜਿਹਦੇ ਵਿੱਚ ਇਹ ਗੱਲ ਲਿਖੋ ਕਿ ਮੈਂ ਇੱਕ ਵਾਰ ਨਹੀਂ 1000 ਵਾਰ ਕਹੂੰਗਾ ਕਿ ਮਜੀਠੀਆ ਉਹਨਾਂ ਡਰੱਗ ਦੇ ਲੋੜ ਹੈਗੇ ਨੇ। ਔਰ ਉਸ ਤੋਂ ਬਾਅਦ ਕਈ ਜਗ੍ਹਾ ਇਹ ਪੋਸਟਰ ਲੱਗੇ ਵੀ ਸੀਗੇ, ਪਰ ਹੋਇਆ ਕਿ ਮਜੀਠੀਆ ਉਹਨਾਂ ਨੇ ਇੱਕ ਡੈਫੇਮੇਸ਼ਨ ਕੇਸ ਉਹਨਾਂ ਦੇ ਖਿਲਾਫ ਕੀਤਾ। ਹਾਲਾਂਕਿ ਉਹ ਜਿਹੜੇ ਵਰਕਰ ਜਿਨ੍ਹਾਂ ਨੇ ਕੇਜਰੀਵਾਲ ਦੇ ਕਹਿਣ ਤੇ ਉਹ ਪੋਸਟਰ ਲਾਏ ਸੀਗੇ ਉਹ ਪੂਰੇ ਜੋਸ਼ ਵਿੱਚ ਸੀਗੇ, ਪਰ ਕੇਜਰੀਵਾਲ ਉਹਨਾਂ ਦਾ ਜੋਸ਼ ਬੜੀ ਛੇਤੀ ਠੰਡਾ ਹੋ ਗਿਆ ਜਦ ਸਰਕਾਰ ਨਹੀਂ ਆਈ ਔਰ ਉਹਨਾਂ ਨੂੰ ਕੋਰਟ ਵਿੱਚ ਕੇਜਰੀਵਾਲ ਉਹਨਾਂ ਨੂੰ ਮਾਫੀ ਮੰਗਣੀ ਪਈ। ਇਹ ਤੇ ਚਲੋ ਗੱਲ ਉੱਥੇ ਖਤਮ ਹੋ ਜਾਂਦੀ ਹੈ। ਅੱਜ ਅਸੀਂ ਗੱਲ ਕਰੀਏ ਕਿ ਜਿਸ ਤਰੀਕੇ ਦੇ ਕੇਜਰੀਵਾਲ ਉਹਨਾਂ ਦੇ ਐਲੀਗੇਸ਼ਨ ਇੱਕ ਵਾਰ ਨਹੀਂ 1000 ਵਾਰ ਕਹੂੰਗਾ, ਉਹੀ ਐਲੀਗੇਸ਼ਨ 1000 ਵਾਰ ਸਿੱਧੂ ਉਹਨਾਂ ਵੀ ਕਹਿ ਰਹੇ ਨੇ। ਸਿੱਧੂ ਉਹਨਾਂ ਤੇ ਸਿੱਧਾ ਨਾਂ ਲੈ ਕੇ ਕਹਿੰਦੇ ਨੇ ਔਰ ਇੱਥੇ ਤੱਕ ਕਿ ਆਪਣੇ ਮੁੱਖ ਮੰਤਰੀ ਨੂੰ ਵੀ ਘੇਰਨ ਵਾਸਤੇ ਤਿਆਰ ਬੈਠੇ ਨੇ, ਘੇਰ ਵੀ ਲਿਆ। ਤਾਂ ਹੀ ਦਿੱਲੀ ਤੋਂ ਇਹ ਵੱਡਾ ਟਾਸਕ ਬਣ ਕੇ ਉਭਰਿਆ ਹੈ ਕੈਪਟਨ ਅਮਰਿੰਦਰ ਸਿੰਘ ਵਾਸਤੇ ਕਿ ਵੀ ਇਸ ਮੁੱਦੇ ਤੇ ਕੋਈ ਕੰਮ ਕਰੋ। ਜ਼ਬਾਨ ਫਿਸਲੀ ਸੁਨੀਲ ਜਾਖੜ ਉਹਨਾਂ ਦੀ, ਤੇ ਉਹਨਾਂ ਦੀ ਜ਼ਬਾਨ ਫਿਸਲੀ ਏਦਾਂ ਦੀ ਕਿ ਉਹਨਾਂ ਨੇ ਕਹਿਤਾ ਵੀ ਦਿੱਲੀ ਤੋਂ ਹਾਈਕਮਾਨ ਦੇ ਆਰਡਰ ਹੋਏ ਨੇ ਕਿ ਬਾਦਲਕਿਆਂ ਨੂੰ ਜਾਂ ਹੋਰਾਂ ਨੂੰ ਡਰੱਗ ਦੇ ਮੁੱਦੇ ਤੇ ਜਾਂ ਬੇਅਦਬੀਆਂ ਦੇ ਮੁੱਦੇ ਤੇ ਫਰੇਮ ਕਰੋ। ਚਲੋ ਬਾਅਦ ਚ ਉਹਨਾਂ ਨੇ ਇਹ ਕਿਹਾ ਕਿ ਫਰੇਮ ਨਹੀਂ, ਉਹਨਾਂ ਨੇ ਕਿਹਾ ਸੀ ਇਨਵੈਸਟੀਗੇਸ਼ਨ ਕਰੋ, ਜੇ ਉਹ ਦੋਸ਼ੀ ਪਾਈ ਜਾਂਦੇ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ। ਪਰ ਜ਼ਬਾਨ ਤੇ ਫਿਸਲੀ, ਉਸ ਜ਼ਬਾਨ ਫਿਸਲੀ ਦਾ ਫਾਇਦਾ ਅਕਾਲੀਆਂ ਨੂੰ ਜ਼ਰੂਰ ਹੋਇਆ। ਅਕਾਲੀਆਂ ਨੇ ਆਪਣਾ ਅਟੈਕ ਕਾਂਗਰਸੀਆਂ ਦੇ ਖਿਲਾਫ, ਜਾਖੜ ਸਾਹਿਬ ਦੇ ਖਿਲਾਫ ਜਾਂ ਕਾਂਗਰਸ ਹਾਈਕਮਾਨ ਦੇ ਖਿਲਾਫ ਉਹ ਆਪਣਾ ਵਧਾ ਦਿੱਤਾ ਸੀਗਾ। ਪਰ ਸਵਾਲ ਤੇ ਇਹ ਪੈਦਾ ਹੁੰਦਾ ਰੰਧਾਵਾ ਜੀ ਕਿ ਸਿੱਧੂ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਰੋਜ਼, ਮੇਰੇ ਖਿਆਲ ਨਾਲ 2.5-3 ਸਾਲ ਹੋ ਗਏ, ਸਿੱਧੂ ਉਹਨਾਂ ਰੋਜ਼ ਮਜੀਠੀਆ ਉਹਨਾਂ ਦਾ ਨਾਂ ਲੈ ਕੇ ਇਹ ਗੱਲ ਕਰਦੇ ਨੇ ਕਿ ਉਹ ਡਰੱਗ ਦੇ ਵਿੱਚ ਇਨਵੋਲਵ ਨੇ। ਕਈ ਨਾਂ ਅਸੀਂ ਸੁਣੇ ਨੇ, ਹੁਣ ਤੇ ਸਾਨੂੰ ਨਾਂ ਵੀ ਯਾਦ ਹੋ ਗਏ, ਸੱਤਾ, ਪਿੰਡੀ, ਔਲਖ, ਬਿੱਟੂ ਔਲਖ ਜਾਂ ਹੋਰ ਵੀ ਕਈ, ਭੋਲਾ, ਜਿਹੜੇ ਟੀਵੀ ਦੇ ਵਿੱਚ ਜਾਂ ਮੀਡੀਆ ਦੇ ਸਾਹਮਣੇ ਉਹ ਅਕਸਰ ਸਟੇਟਮੈਂਟ ਦਿੰਦੀ, ਉਹਨਾਂ ਦੀ ਬਾਰ-ਬਾਰ ਰਿਪੀਟ ਹੁੰਦੀ ਹੈ ਕਿ ਵੀ ਸਾਡੇ ਪਿੱਛੇ ਮਜੀਠੀਆ ਉਹਨਾਂ ਦੇ ਜਿੰਨੇ ਕੋ ਅਸੀਂ ਕਸੂਰਵਾਰ ਹੈਗੇ ਉਹਨਾਂ ਕੋ ਮਜੀਠੀਆ ਉਹਨਾਂ ਵੀ ਕਸੂਰਵਾਰ ਸੀਗੇ। ਇਸ ਮੁੱਦੇ ਦੇ ਉੱਤੇ ਮਜੀਠੀਆ ਉਹਨਾਂ ਉਹ ਡੈਫੇਮੇਸ਼ਨ ਕੇਸ ਕਰਨਾ ਕਿਉਂ ਭੁੱਲ ਗਏ? ਜਾਂ ਬਾਦਲ ਉਹਨਾਂ ਦੇ ਖਿਲਾਫ ਸਿੱਧੂ ਉਹਨਾਂ ਜਦ ਓਪਨਲੀ ਕਹਿੰਦੇ ਨੇ ਕਿ ਬੇਬਲ ਕਲਾਂ ਔਰ ਕੋਟਕਪੂਰਾ ਦੀ ਫਾਇਰਿੰਗ ਦੇ ਉੱਤੇ ਸਿੱਧੇ ਉਸ ਟਾਈਮ ਦੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਇਨਵੋਲਵ ਸੀਗੇ, ਜਾਂ ਫਿਰ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਵੀ ਬਾਦਲਾਂ ਤੇ ਉਂਗਲ ਉੱਠਦੀ ਸੀਗੀ ਔਰ ਉਹ ਨਾਂ ਲੈ ਕੇ ਕਰਦੇ ਸੀਗੇ ਇਹ ਗੱਲ। ਪਰ ਉਸ ਮਾਮਲੇ ਦੇ ਵਿੱਚ ਵੀ ਸੁਖਬੀਰ ਉਹਨਾਂ ਨੇ ਜਾਂ ਵੱਡੇ ਬਾਦਲ ਸਾਹਿਬ ਨੇ ਸਿੱਧੂ ਸਾਹਿਬ ਦੇ ਖਿਲਾਫ ਕੋਈ ਡੈਫੇਮੇਸ਼ਨ ਦਾ ਕੇਸ ਨਹੀਂ ਕੀਤਾ। ਵੈਸੇ ਭਾਸਕਰ ਸਾਹਿਬ, ਤੁਹਾਨੂੰ ਇੰਜ ਲੱਗਦਾ ਹੈ ਕਿ ਬਾਦਲਕੇ ਔਰ ਮਜੀਠੀਆ ਪਰਿਵਾਰ ਨਵਜੋਤ ਸਿੰਘ ਸਿੱਧੂ ਨਾਲ ਸਿੱਧਾ ਉਲਝਣ ਤੋਂ ਬਚ ਰਹੇ ਨੇ? ਤੁਹਾਨੂੰ ਲੱਗਦਾ ਕਿ ਉਹ ਬਚਾਅ ਦੀ ਮੁਦਰਾ 'ਚ ਨੇ, ਉਹ ਡਿਫੈਂਸਿਵ ਗੇਮ ਖੇਡ ਰਹੇ ਨੇ, ਉਹ ਬਰਾਬਰ ਦੇ ਟਕਰਾਅ 'ਚ ਨਹੀਂ ਆਉਣਾ ਚਾਹੁੰਦੇ? ਦੇਖੋ, ਇਹ ਤੇ ਹੋ ਗਿਆ ਕਿ ਇੱਕ ਪਹਿਲਵਾਨ ਜਿਹੜਾ ਰੋਜ਼ ਤੁਹਾਡੇ ਘਰ ਦੇ ਬਾਹਰ ਆ ਕੇ ਤੁਹਾਨੂੰ ਚੈਲੰਜ ਕਰ ਰਿਹਾ ਕਿ ਆਓ ਬਾਹਰ ਕਰ ਦਿਓ, ਔਰ ਤੁਸੀਂ ਜਿਹੜਾ ਤੁਹਾਡਾ ਨਾਂ ਵੱਜਦਾ ਹੈ ਬੜੀ ਵੱਡੀ ਪਹਿਲਵਾਨੀ ਵਾਸਤੇ, ਸਿਆਸਤ ਦੇ ਵਿੱਚ ਵੀ ਤੁਸੀਂ ਬਹੁਤ ਵੱਡੇ ਪਹਿਲਵਾਨ ਹੈਗੇ ਹੋ। ਔਰ ਖਾਸ ਕਰਕੇ ਸਿੱਧੂ ਉਹਨਾਂ ਦੇ ਸਾਹਮਣੇ ਅਗਰ ਬਾਦਲਕਿਆਂ ਦਾ ਕੱਦ ਜਾਂ ਵੱਡੇ ਬਾਦਲ ਸਾਹਿਬ ਦਾ ਕੱਦ ਅਗਰ ਦੇਖਿਆ ਜਾਏ ਤੇ ਉਹ 5 ਵਾਰ ਮੁੱਖ ਮੰਤਰੀ ਰਹੇ ਨੇ, ਔਰ ਉਹਨਾਂ ਦਾ ਨਾਂ ਲੈ ਕੇ ਅਗਰ ਕੋਈ ਵੀ ਪੋਲੀਟੀਸ਼ੀਅਨ ਐਲੀਗੇਸ਼ਨ ਲਾਉਂਦਾ ਹੈ ਔਰ ਅਗਰ ਉਹਦੇ ਖਿਲਾਫ ਉਹ ਕੋਈ ਐਕਸ਼ਨ ਨਹੀਂ ਲੈਂਦੇ, ਖਾਸ ਕਰਕੇ ਡੈਫੇਮੇਸ਼ਨ ਦਾ, ਜਾਂ ਤੇ ਉਹ ਇਲਜ਼ਾਮ ਸੱਚ ਹੈ ਜਾਂ ਝੂਠ ਹੈ। ਜੇ ਝੂਠ ਹੈ ਫਿਰ ਮਾਨਹਾਨੀ ਦਾ ਦਾਵਾ ਕਿਉਂ ਨਹੀਂ? ਮਾਨਹਾਨੀ ਤੇ ਹੋਈ ਹੈ। ਅਗਰ ਇਹ ਐਲੀਗੇਸ਼ਨ ਝੂਠੇ ਨੇ ਤੇ ਮਜੀਠੀਆ ਉਹਨਾਂ ਦੀ ਵੀ ਮਾਨਹਾਨੀ ਹੋਈ ਹੈ ਔਰ ਬਾਦਲ ਸਾਹਿਬ ਬਾਦਲਕਿਆਂ ਦੀ ਵੀ ਮਾਨਹਾਨੀ ਹੋਈ ਹੈ। ਉਸ ਮਾਨਹਾਨੀ ਦਾ ਉਹ ਦਾਵਾ ਕਿਉਂ ਨਹੀਂ ਠੋਕਦੇ? ਇਹ ਇੱਕ ਬੜਾ ਸਵਾਲ ਰਾਜਨੀਤੀ ਦੇ ਵਿੱਚ ਕਈ ਲੋਕ ਪੁੱਛਣਾ ਸ਼ੁਰੂ ਕਰਤਾ ਲੋਕਾਂ ਨੇ ਵੀ ਕਿਉਂ ਨਹੀਂ ਕਰਦੇ ਹੋ। ਔਰ ਪਹਿਲੇ ਤਾਂ ਕੇਸ ਜਿੱਤੇ ਵੀ ਹੋਏ ਨੇ। ਕੇਜਰੀਵਾਲ ਉਹਨਾਂ ਤੋਂ ਜਦ ਮਾਫੀ ਮੰਗੀ ਸੀ ਸੁਖਪਾਲ ਖਹਿਰਾ, ਉਸ ਮਾਫੀ ਦੇ ਮੁੱਦੇ ਤੋਂ ਇੰਨਾ ਕੁ ਵਿਫਰ ਗਿਆ ਸੀਗਾ ਕਿ ਉਹਨੇ ਕੇਜਰੀਵਾਲ ਦਾ ਸਿੱਧਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਅੱਜ ਤੱਕ ਨਹੀਂ ਸੰਭਲਿਆ। ਉਹੀ ਸੁਖਪਾਲ ਖਹਿਰਾ ਉਹਨਾਂ ਹੁਣ ਕਾਂਗਰਸ ਦੇ ਵਿੱਚ ਹੈਗੇ ਨੇ। ਹੁਣ ਉਹ ਡੈਫੇਮੇਸ਼ਨ ਦਾ ਕੇਸ ਕਿੱਥੇ ਹੈਗਾ? ਰੰਧਾਵਾ ਜੀ, ਅਗਰ ਤੁਹਾਨੂੰ ਪਤਾ ਹੋਏ ਕਿ ਵੀ ਇਹ ਕੇਸ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਸਾਨੂੰ ਵੀ ਜੀ। ਨਹੀਂ, ਮੈਨੂੰ ਜੇ ਪਤਾ ਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਦੱਸਦਾ, ਲੇਕਿਨ ਮੈਨੂੰ ਤਾਂ ਅਜੇ ਤੱਕ ਇਹੀ ਲੱਗੀ ਜਾਂਦਾ ਹੈ ਕਿ ਜਿਹੜਾ ਬੰਦਾ ਆਪਣੇ ਫੁੱਲ ਸਵਿੰਗ ਤੇ ਹੋਵੇ, ਜੋਬਨ ਤੇ ਹੋਵੇ, ਉਹਦੇ ਨਾਲ ਫਾਹ ਲੈਣੋਂ ਸਾਰੇ ਡਰਦੇ ਹੁੰਦੇ ਆ। ਉਹਦਾ ਕਾਰਨ ਹੁੰਦਾ ਹੈ ਜਾਂ ਤਾਂ ਆਪਣੀ ਤਾਕਤ ਦਾ ਗਿਆਨ ਹੁੰਦਾ ਪਹਿਲਾਂ ਹੀ ਕਿ ਜੇ ਪੰਗਾ ਲਿਆ ਤੇ ਉਲਟੀ ਨਾ ਪੈ ਜੇ, ਜਾਂ ਫਿਰ ਅੰਦਰ ਦੇ ਡਰ ਹੁੰਦੇ ਆ ਵੀ ਇਹ ਜੋ ਕਹਿ ਰਿਹਾ ਕਹਿ ਤਾਂ ਕੁਝ ਇਹੋ ਜਿਹਾ ਹੀ ਰਿਹਾ, ਜੇ ਇੱਥੇ ਆਪਾਂ ਅਦਾਲਤੀ ਪ੍ਰਕਿਰਿਆ 'ਚ ਫਸ ਗਏ, ਇਹ ਨਾ ਹੋਵੇ ਕਿ ਕੱਲ ਨੂੰ ਐਵੀਡੈਂਸ ਕੱਢ ਕੇ ਰੱਖਤੇ ਜਾਣ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਜਾਣ, ਕੋਈ ਇਨਵੈਸਟੀਗੇਸ਼ਨਸ। ਸੋ ਮੈਨੂੰ ਤਾਂ ਇੰਜ ਲੱਗਦਾ ਹੈ
ਕਿ ਇਸ ਮਾਮਲੇ ਦੇ ਵਿੱਚ ਮਜੀਠੀਆ ਔਰ ਬਾਦਲ ਕੇ ਬਚਣ ਦੀ ਜਿੰਨਾ ਕੋਸ਼ਿਸ਼ ਕਰ ਰਹੇ ਆ ਉਨੇ ਹੀ ਉਹ ਇਨਵੋਲਵ ਹੁੰਦੇ ਜਾ ਰਹੇ ਆ। ਜਿਸ ਤਰੀਕੇ ਨਾਲ ਬੇਅਦਬੀ ਮਾਮਲਿਆਂ 'ਚ SIT ਬਾਰ-ਬਾਰ ਇਹ ਅੱਗੇ ਵਧਾ ਰਹੀ ਆ ਗੱਲਬਾਤ, ਜਿਹੜੀ ਜਿਹਨੂੰ ਕਹਿੰਦੇ ਆ ਬੁਲਾ ਕੇ ਸੱਦ ਕੇ ਪੁੱਛਣਾ। ਸੋ ਇਹ ਪੁੱਛਗਿੱਛ ਤੇ ਦੂਜੇ ਬੰਨੇ ਲਗਾਤਾਰ ਕਈ ਪਾਸਿਆਂ ਤੋਂ ਪ੍ਰੈਸ਼ਰ ਡਰੱਗ ਮਾਮਲਿਆਂ 'ਚ, ਹਾਲਾਂਕਿ ਕਿਧਰੇ ਵੀ ਅਸੀਂ ਬਾਰ-ਬਾਰ ਕਹਿੰਦੇ ਹੁੰਦੇ ਆ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਕਰਨਾ ਜਾਇਜ਼ ਨਹੀਂ ਜਿੰਨਾ ਚਿਰ ਉਹ ਦੋਸ਼ੀ ਸਾਬਤ ਨਹੀਂ ਹੁੰਦੇ। ਸੋ ਕਿਉਂਕਿ ਇਹ ਸਿਆਸਤ ਹੈ, ਸਿਆਸਤ ਵਿੱਚ ਕੋਈ ਕਿਸੇ ਨੂੰ ਬਖਸ਼ਦਾ ਨਹੀਂ, ਸਿਆਸਤ ਦੇ ਵਿੱਚ ਦੋਸ਼ ਪ੍ਰਤੀ ਦੋਸ਼ ਆਮ ਸਿਲਸਿਲਾ ਹੈ। ਲੇਕਿਨ ਇਸ ਆਮ ਸਿਲਸਿਲੇ ਦੇ ਵਿੱਚ ਜਿਹਨੂੰ ਵਖਰੇਵੇਂ ਵਾਲੀ ਗੱਲ ਕਿ ਕੇਜਰੀਵਾਲ ਦੇ ਪ੍ਰਤੀ ਹੋਰ ਨਜ਼ਰੀਆ ਤੇ ਸਿੱਧੂ ਦੇ ਪ੍ਰਤੀ ਹੋਰ ਨਜ਼ਰੀਆ, ਕੈਪਟਨ ਅਮਰਿੰਦਰ ਦੇ ਪ੍ਰਤੀ ਹੋਰ ਨਜ਼ਰੀਆ, ਕਿਉਂ ਨਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਤਾਂ ਕਿ ਗੱਲ ਸਿੱਧੀ ਸਫਾਫ ਅੱਗੇ ਤੁਰਦੀ ਰਹੇ। ਮੈਂ ਦੂਜਾ ਮੁੱਦਾ ਲੈਣਾ ਚਾਹੂੰਗਾ ਜਿਹੜਾ ਤੁਸੀਂ ਤੀਜੇ ਨੰਬਰ ਤੇ ਰੱਖਿਆ ਸੀ, ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਚੋਂ ਕਿਹੜੀ ਅਫਵਾਹ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਉਂ ਫੈਲੀ ਆ, ਜਦਕਿ ਉਹ ਮੁੱਖ ਮੰਤਰੀ ਨੇ। ਅਜੇ ਤੱਕ ਉਹਨਾਂ ਦੀ ਮੁੱਖ ਮੰਤਰੀਸ਼ਿਪ ਨੂੰ ਖਤਰਾ ਵੀ ਐਡਾ ਵੱਡਾ ਕੋਈ ਨਹੀਂ ਲੱਗਦਾ, ਸਿਰਫ ਟਾਸਕ ਉਹਨਾਂ ਕੋਲ ਨੇ, ਹਾਈ ਕਮਾਂਡ ਨੇ ਕਿਹਾ ਇਹ ਕੰਮ ਕਰੋ, ਪਰਫਾਰਮ ਕਰਕੇ ਦਿਖਾਓ, ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਫਿਰ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ 'ਚ ਇਹ ਅਫਵਾਹ ਦਾ ਫੈਲਣਾ ਕਿ ਉਹ ਆਪਣੀ ਪਾਰਟੀ ਲਈ ਸੋਚ ਰਹੇ ਹੋਣਗੇ, ਜਾਂ ਇਹ ਸੋਚਣਾ ਕਿ ਜਾਂ ਇਹ ਅਫਵਾਹ ਦੇ ਵਿੱਚ ਕੋਈ ਦਮ ਹੋ ਵੀ ਸਕਦਾ, ਜਾਂ ਐਵੇਂ ਮਹਿਜ ਸਵਾਦ ਲੈਣ ਦੀ ਖਾਤਰ ਹੀ ਅਸੀਂ ਵੀ ਸਵਾਦ ਹੀ ਲੈ ਰਹੇ। ਗੱਲ ਤੇ ਸਵਾਦ ਲੈਣ ਦੀ ਹੈਗੀ ਹੈ। ਰਾਜਨੀਤੀ ਦੇ ਵਿੱਚ ਜਨਤਾ ਸਵਾਦ ਤੇ ਲੈਂਦੀ ਹੁੰਦੀ ਹੈ। ਤੁਸੀਂ ਇਹ ਦੇਖੋ ਕਿ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਦੀ ਸਰਕਾਰ ਚੱਲ ਰਹੀ ਸੀਗੀ ਜੀ, ਭਾਵੇਂ ਸਿੱਧੂ ਉਹਨਾਂ ਬਾਰ-ਬਾਰ ਐਲੀਗੇਸ਼ਨ ਜ਼ਰੂਰ ਲਾਉਂਦੇ ਸੀਗੇ, ਪਰ ਉਸ ਐਲੀਗੇਸ਼ਨ ਜਿਹੜਾ ਹੁਣੇ ਉਹਨਾਂ ਨੇ ਪ੍ਰੈਸ ਕਾਨਫਰੰਸ ਜਾਂ ਇੰਟਰਵਿਊ ਦਿੰਦੇ ਟਾਈਮ ਲਾਏ ਸੀਗੇ, ਉਸ ਤੋਂ ਪਹਿਲੇ ਅਗਰ ਤੁਸੀਂ ਪੋਲੀਟੀਕਲ ਸਰਕਲਸ ਦੇ ਵਿੱਚ ਕਿਸੇ ਨਾਲ ਵੀ ਗੱਲ ਕਰੋ ਤੇ ਉਹ ਕਹਿੰਦੇ ਸੀ ਵੀ ਐਤਕੀ ਕਾਂਗਰਸ ਰਿਪੀਟ ਹੋ ਜਾਣੀ ਹੈ ਔਰ ਕਾਂਗਰਸ ਮੈਜੋਰਿਟੀ ਪੱਕਾ ਲੈ ਕੇ ਆਏਗੀ। ਉਹਦਾ ਕਾਰਨ ਸੀਗਾ ਕਿ ਦੂਜੀ ਪਾਰਟੀਆਂ ਖੇਰੂ ਖੇਰੂ ਹੈਗੀ ਹੈ। ਅਕਾਲੀ ਦਲ ਹਜੇ ਬੇਅਦਬੀਆਂ ਦੇ ਆਰੋਪਾਂ ਤੋਂ ਹਜੇ ਤੱਕ ਨਿਕਲ ਨਹੀਂ ਪਾਇਆ ਸੀਗਾ। ਆਮ ਆਦਮੀ ਪਾਰਟੀ ਦੀ ਨਾ ਸੀਰਤ ਨਾ ਸੂਰਤ ਕੋਈ ਨਜ਼ਰ ਨਹੀਂ ਆ ਰਹੀ ਸੀ, ਕੋਈ ਵੱਡਾ ਕੈਚ ਉਹਨਾਂ ਦੇ ਹੱਥ ਨਹੀਂ ਲੱਗਿਆ ਸੀਗਾ। ਦੂਜੇ ਪਾਸੇ ਭਾਜਪਾ ਜਿਹੜਾ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਉਹ ਹਜੇ ਤੱਕ ਉਹਨਾਂ ਦਾ ਘਰੋਂ ਨਿਕਲਣਾ ਵੀ ਬੜਾ ਮੁਸ਼ਕਿਲ ਹੈਗਾ ਔਰ ਅੱਗੇ ਚੱਲ ਕੇ ਅਗਰ ਕਿਸਾਨੀ ਸੰਘਰਸ਼ ਉੱਥੇ ਹੀ ਖੜਾ ਰਹਿੰਦਾ ਜਿੱਥੇ ਖੜਾ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਭਾਜਪਾ 0 ਸੀਟ ਤੋਂ 1 ਸੀਟ ਵੀ ਲੈ ਸਕਦੀ ਹੈ। ਪਰ ਇਦਾਂ ਦੇ ਹਾਲਾਤ ਵਿੱਚ ਸਿੱਧੂ ਉਹਨਾਂ ਨੇ ਪੂਰੀ ਜਿੱਦਾਂ ਕਹਿੰਦੇ ਨੇ ਘਰ ਦੀ ਖੀਰ ਹੀ ਖਰਾਬ ਕਰਤੀ। ਖੀਰ ਬਣਾਈ ਸੀਗੀ, ਦੁੱਧ ਉਬਲ ਰਿਹਾ ਸੀਗਾ, ਬਣ ਕੇ ਤਿਆਰ ਸੀਗੀ, ਵਿੱਚ ਕੋਈ ਮੱਖੀ ਪਾ ਗਿਆ ਤੇ ਸਿੱਧੂ ਉਹਨਾਂ ਨੇ ਕੈਪਟਨ ਸਾਹਿਬ ਦੀ ਖੀਰ ਦੇ ਵਿੱਚ ਮੱਖੀ ਤੇ ਪਾਈ ਹੈ। ਪਰ ਨਾਲ ਦੇ ਨਾਲ ਸਿੱਧੂ ਉਹਨਾਂ ਆਪਣੀ ਰਿਵਾਈਵਲ ਦੇ ਵਾਸਤੇ ਵੀ ਲੜਾਈ ਲੜ ਰਹੇ ਨੇ। ਜਿਸ ਸਿੱਧੂ ਉਹਨਾਂ ਨੂੰ ਖੁੰਝੇ ਲਾਈਨ ਲਾਇਆ ਸੀਗਾ ਕੈਪਟਨ ਸਾਹਿਬ ਨੇ 2019 ਦੀ ਚੋਣਾਂ ਤੋਂ ਬਾਅਦ, ਅੱਜ ਉਹੀ ਸਿੱਧੂ ਉਹਨਾਂ ਇੱਕ ਤਰੀਕੇ ਨਾਲ ਕੈਪਟਨ ਸਾਹਿਬ ਵਾਸਤੇ ਮੁਸੀਬਤ ਬਣੇ ਹੋਏ ਨੇ। ਕਾਰਨ ਕਿ ਭਾਵੇਂ ਤੁਹਾਨੂੰ ਲੱਗਦਾ ਹੈ ਕਿ ਹਾਈ ਕਮਾਂਡ ਨੇ ਜਿਹੜਾ 18 ਸੂਤਰੀਆ ਕਾਰਜਕ੍ਰਮ ਉਹਨਾਂ ਨੂੰ ਦਿੱਤਾ ਸੀਗਾ ਕੈਪਟਨ ਸਾਹਿਬ ਨੂੰ, ਉਹਨਾਂ ਮੁੱਦਿਆਂ ਦੇ ਉੱਤੇ ਕੈਪਟਨ ਸਾਹਿਬ ਨੇ ਮੀਟਿੰਗਾਂ ਵੀ ਲੈਣੀ ਸ਼ੁਰੂ ਕਰਤੀ ਸੀ, ਕੰਮ ਵੀ ਕਰਨਾ ਸ਼ੁਰੂ ਕੀਤਾ ਸੀਗਾ। ਹਜੇ ਦੂਜਾ ਤੋਂ ਨਹੀਂ ਸੀਗਾ। ਜਦ ਡਰੱਗ ਦੇ ਮੁੱਦੇ ਤੇ DGP ਦਾ ਉਹਨਾਂ ਦਾ ਕੱਲ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਡਰੱਗ 'ਚ ਅਸੀਂ ਇੰਨੇ ਬੰਦੇ ਫੜ ਲਏ, ਇੰਨੀ ਵੱਡੀ ਮਛਲੀਆਂ ਫੜ ਲਈ, ਨਾਲ ਹੀ ਸਿੱਧੂ ਉਹਨਾਂ ਟਵੀਟੋ ਟਵੀਟ ਹੋ ਗਏ ਕਿ ਵੀ DGP ਸਾਹਿਬ ਦੱਸੋ ਇਹਨਾਂ ਸਟੇਟਮੈਂਟਾਂ ਦੇ ਉੱਤੇ, ਇਹਨਾਂ ਗੱਲਾਂ ਦੇ ਉੱਤੇ, ਜਿਹੜੀ STF ਦੀ ਰਿਪੋਰਟ ਦੇ ਉੱਤੇ ਤੁਸੀਂ ਕੀ ਐਕਸ਼ਨ ਲਿੱਤਾ। ਅੱਜ ਵੀ ਇੱਕ DGP ਦਾ ਪ੍ਰੈਸ ਨੋਟ ਆਇਆ ਪਰ ਸਿੱਧੂ ਦੇ ਸਵਾਲਾਂ ਦਾ ਜਵਾਬ ਉਸ ਪ੍ਰੈਸ ਨੋਟ ਦੇ ਵਿੱਚ ਨਹੀਂ ਹੈ। ਉਹਦੇ ਵਿੱਚ ਨੁੱਕੜ ਨਾਟਕ ਕਰਨ ਦਾ ਜ਼ਿਕਰ ਤੇ ਹੈਗਾ ਕਿ ਵੀ ਡਰੱਗ ਦੀ ਅਵੇਅਰਨੈਸ ਵਾਸਤੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਨੁੱਕੜ ਨਾਟਕ ਕੀਤੇ ਜਾਣਗੇ, ਪਰ ਉਹ ਨਾਟਕ, ਉਹ ਰਾਜਨੀਤਿਕ ਨਾਟਕ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ 'ਚ DGP ਨੇ ਕੋਈ ਜ਼ਿਕਰ ਨਹੀਂ ਕੀਤਾ। ਉਹਨਾਂ ਨੇ ਬਿਲਕੁਲ ਕੁਝ ਨਹੀਂ ਕਿਹਾ ਕਿ ਮੈਂ ਸਿੱਧੂ ਸਾਹਿਬ ਦੀ ਕੋਈ ਜਵਾਬ ਗੱਲ ਦਾ ਦੇਣਾ ਹੈ ਕਿ ਨਹੀਂ ਦੇਣਾ। ਪਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਇੱਕ ਨਵੀਂ ਗੱਲ ਜ਼ਰੂਰ ਨਿਕਲ ਕੇ ਆਈ ਕਿ ਸੋਸ਼ਲ ਮੀਡੀਆ ਦੇ ਵਿੱਚ ਕੈਪਟਨ ਸਾਹਿਬ ਦੀ ਪਾਰਟੀ ਬਣਾਉਣ ਦੀ ਗੱਲ ਚੱਲ ਪਈ। ਭਾਵੇਂ ਉਹ ਝੂਠੀ ਖਬਰ ਹੈਗੀ ਹੈ, ਭਾਵੇਂ ਉਹ ਸੱਚੀ ਖਬਰ ਹੈਗੀ ਹੈ, ਪਰ ਇਸ ਤਰ੍ਹਾਂ ਦੀ ਖਬਰਾਂ ਅਸੀਂ 2017 ਤੋਂ ਪਹਿਲੇ ਵੀ ਸੁਣੀ ਸੀਗੀ ਔਰ ਬਾਅਦ ਚੋਂ ਕੈਪਟਨ ਸਾਹਿਬ ਨੇ ਉਹਦੀ ਪੁਸ਼ਟੀ ਕੀਤੀ ਸੀਗੀ ਕਿ ਹਾਂ, ਜੇ ਮੈਨੂੰ ਕਾਂਗਰਸ PPCC ਦੀ ਪ੍ਰਧਾਨਗੀ ਜਾਂ ਮੁੱਖ ਮੰਤਰੀ ਵਜੋਂ ਨਹੀਂ ਪ੍ਰੋਜੈਕਟ ਕਰਦੇ ਤੇ ਮੈਂ ਆਪਣੀ ਪਾਰਟੀ ਬਣਾ ਲੈਣੀ ਸੀ ਔਰ BJP ਦੇ ਨਾਲ ਉਹਨਾਂ ਦੀ ਜਿਹੜੀ ਅੱਟੀ ਸੱਟੀ ਸੀਗੀ ਉਹ ਬਿਲਕੁਲ ਸੈੱਟ ਬੈਠੀ ਸੀਗੀ। ਹੁਣ ਹਾਲਾਤ ਜ਼ਰੂਰ ਚੇਂਜ ਨੇ, ਪਰ ਜੇ ਕੈਪਟਨ ਸਾਹਿਬ ਅਗਰ 2 ਮਹੀਨੇ ਬਾਅਦ, 3 ਮਹੀਨੇ ਬਾਅਦ ਜੇ ਕੈਪਟਨ ਸਾਹਿਬ ਨੂੰ ਹਾਈ ਕਮਾਂਡ ਕਹਿੰਦੀ ਹੈ ਵੀ ਤੁਸੀਂ 18 ਜਿਹੜੇ ਸੂਤਰੀਆ ਪ੍ਰੋਗਰਾਮ ਤੁਹਾਨੂੰ ਦਿੱਤਾ ਸੀਗਾ, ਜਿਹੜਾ ਹੋਮਵਰਕ ਦਿੱਤਾ ਸੀਗਾ, ਤੁਸੀਂ ਉਹਦੇ ਵਿੱਚ ਫੇਲ ਹੋ ਗਏ, ਤਾਂ ਵੀ ਉਹਨਾਂ ਨੂੰ ਏਦਾਂ ਦਾ ਕੋਈ ਡਿਸੀਜਨ ਲੈਣਾ ਪਏਗਾ ਕਿ ਮੁੱਖ ਮੰਤਰੀ ਵਜੋਂ ਅਗਰ 2022 ਦੇ ਵਿੱਚ ਉਹਨਾਂ ਨੂੰ ਪ੍ਰੋਜੈਕਟ ਨਹੀਂ ਕੀਤਾ ਤੇ 2027 ਦੇ ਵਿੱਚ ਜਿਹੜਾ ਕੀਤਾ ਹੋਇਆ ਹੋਮਵਰਕ ਉਹਨਾਂ ਨੇ ਨਵੀਂ ਪਾਰਟੀ ਬਣਾਉਣ ਵਾਸਤੇ ਕੀਤਾ ਸੀਗਾ, ਉਹ ਕਾਪੀ ਫੇਰ ਕੱਢਣਗੇ, ਫੇਰ ਉਹ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋਣਗੀ
ਸਵਾਲ ਤੇ ਇਹ ਖੜਾ ਰੰਧਾਵਾ ਜੀ ਕਿ ਉਸ ਨਵੇਂ ਟਰੱਕ ਤੇ ਜਿਹੜਾ ਕੈਪਟਨ ਸਾਹਿਬ ਨਵੀਂ ਪੋਲੀਟੀਕਲ ਪਾਰਟੀ ਦਾ ਬਣਾਉਣਗੇ, ਉਹਦੇ ਵਿੱਚ ਕਿੰਨੇ ਕੁ ਕਾਂਗਰਸੀ ਚੜਨਗੇ ਔਰ ਉਹ ਕਿਉਂ ਚੜਨਗੇ? ਇਸ ਸਵਾਲ ਦਾ ਜਵਾਬ ਮੇਰੇ ਖਿਆਲ ਨਾਲ ਪੋਲੀਟੀਕਲ ਸਰਕਲਸ ਦੇ ਵਿੱਚ ਸਾਰੇ ਮੰਗ ਵੀ ਰਹੇ ਨੇ, ਔਰ ਉਸ ਸਵਾਲ ਦਾ ਜਵਾਬ ਬੜਾ ਔਖਾ ਵੀ ਹੈਗਾ, ਕਿਉਂਕਿ ਅਗਰ ਤੁਸੀਂ ਪਰਸਨਲੀ ਕਿਸੇ ਵੀ ਕਾਂਗਰਸੀ ਨੂੰ ਗੱਲ ਕਰਕੇ ਦੇਖ ਲਓ, ਲੱਗਦਾ ਨਹੀਂ ਕਿ ਕੈਪਟਨ ਸਾਹਿਬ ਦੇ ਜਿਹੜੇ ਕਲੋਜ਼ ਵੀ ਬੰਦੇ ਹੈਗੇ ਆ। ਹੁਣ ਅੰਕਿਤ ਬਾਂਸਲ ਚੜ ਜਾਏ ਉਸ ਟਰੱਕ ਤੇ ਗੱਲ ਦੂਜੀ ਹੈਗੀ ਹੈ, ਪਰ ਸਭ ਤੋਂ ਜ਼ਿਆਦਾ ਕਲੋਜ਼ ਮੰਨੇ ਜਾਂਦੇ ਨੇ ਰਾਣਾ ਸੋਢੀ ਹੋਣਾ। ਪਰ ਉਹਨਾਂ ਦੇ ਮੁੱਦੇ ਤੇ ਵੀ ਰਾਜਨੀਤਿਕ ਜਾਂ ਪੋਲੀਟੀਸ਼ੀਅਨਸ ਇੱਕ ਡਾਊਟ ਕ੍ਰੀਏਟ ਕਰਦੇ ਨੇ ਕਿ ਜੇ ਕਿਤੇ ਏਦਾਂ ਦੇ ਹਾਲਾਤ ਹੋਏ, ਰਾਣਾ ਸੋਢੀ ਉਹਨਾਂ ਨੂੰ ਵੀ ਕੁਝ ਡਿਸੀਜਨ ਲੈਣਾ ਪਿਆ ਤੇ ਸ਼ਾਇਦ ਉਹ ਕੈਪਟਨ ਸਾਹਿਬ ਦੀ ਆਸ਼ਾਵਾਂ ਤੋਂ ਵਿਪਰੀਤ ਕੋਈ ਡਿਸੀਜਨ ਲੈ ਜਾਣ। ਏਦਾਂ ਦੇ ਹਾਲਾਤ ਵਿੱਚ ਨਵਾਂ ਟਰੱਕ ਕਿੰਨਾ ਕੁ ਸੱਜਦਾ ਹੈ, ਕਿੰਨਾ ਕੁ ਜੀ ਬੜਾ ਔਖਾ ਹੈ। ਇਹ ਬਿਲਕੁਲ ਠੀਕ ਗੱਲ ਤੁਹਾਡੀ। ਮੈਨੂੰ ਪਤਾ ਹੈ ਕਿ ਜਦੋਂ ਦਿੱਲੀ ਦੇ ਵਿੱਚ ਜਦੋਂ ਤੇ ਚੱਲਦੀ ਜੀ ਰਾਜਨੀਤੀ ਹੈ, ਰਾਜਨੀਤੀ ਚਰਚਾਵਾਂ ਦਾ, ਸੰਭਾਵਨਾਵਾਂ ਦਾ ਪੂਰਾ ਜੀ ਭਾਸਕਰ ਸਾਹਿਬ, ਦਿੱਲੀ ਦੇ ਵਿੱਚ ਨਾ ਜਦੋਂ ਉੱਥੇ ਪੇਸ਼ੀ ਹੋਈ, ਜਦੋਂ ਸਾਰੇ ਮਿਲਦੇ ਗਿਲਦੇ ਸੀ, ਸ਼ਾਮ ਨੂੰ ਫਿਰ ਮਹਿਫਲਾਂ ਦਿੱਲੀ ਦੇ ਗਲਿਆਰਿਆਂ 'ਚ ਸੱਜਦੀਆਂ ਸੀ, ਤੇ ਉਸ ਦੌਰਾਨ ਦੇ ਵਿੱਚ ਗੈਰ ਰਸਮੀ ਗੱਲਬਾਤ 'ਚ ਗਲਾਸੀ ਟਕਰਾਉਂਦਿਆਂ ਜਾਂ ਕਿਸੇ ਵੇਲੇ ਚਾਹ ਦੇ ਕੱਪ ਤੇ ਇਹ ਗੱਲਾਂ ਹੁੰਦੀਆਂ ਸੀ ਕਿ ਮੰਨ ਲਓ ਕੈਪਟਨ ਸਾਹਿਬ ਛੱਡ ਕੇ ਜਾਣ ਜਾਂ ਬਾਹਰ ਚਲੇ ਜਾਣ, ਉਹਨਾਂ ਨਾਲ ਕੌਣ ਜਾਊ, ਤੇ ਫਿਰ ਠਹਾਕਾ ਲੱਗਦਾ ਹੁੰਦਾ ਸੀ ਵੀ ਸ਼ਾਇਦ ਰਾਣਾ ਸੋਢੀ ਵੀ ਨਾ ਜਾਣ। ਤੁਸੀਂ ਠੀਕ ਕਹਿੰਦੇ ਹੋ। ਸਵਾਲ ਇਹ ਆ, ਇਹ ਸੱਚਿਓ ਉਹਨਾਂ ਗਲਿਆਰਿਆਂ 'ਚ ਬੜੀ ਤੇਜ਼ੀ ਨਾਲ ਗੱਲ ਤੁਰਦੀ ਰਹੀ ਕਿ ਕਾਂਗਰਸ ਛੱਡ ਕੇ ਜਾਣ ਵਾਲਿਆਂ 'ਚ ਕੋਈ ਨਾਲ ਜਾਣ ਲਈ ਤਿਆਰ ਨਹੀਂ, ਲੇਕਿਨ ਇਹ ਗੱਲ ਵੀ ਪੁਖਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜੇ ਛੱਡ ਕੇ ਜਾਣ ਦੀ ਸਥਿਤੀ 'ਚ ਨਹੀਂ। ਦੂਜੇ ਬੰਨੇ ਇਹ ਵੀ ਵੱਡਾ ਸਵਾਲ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਆਸੀ ਕੈਰੀਅਰ ਦੇ ਵਿੱਚ ਇਸ ਮੌਕੇ ਦੇ ਉੱਤੇ, ਉਮਰ ਦੇ ਇਸ ਪੜਾਅ ਦੇ ਉੱਤੇ ਅਜੇ ਵੀ ਦੂਜਿਆਂ ਤੇ ਟੇਕ ਲਾ ਕੇ ਬੈਠੇ ਆ? ਪਿਛਲੀ ਵਾਰੀ ਅਕਾਲੀਆਂ ਦੀਆਂ ਗਲਤੀਆਂ ਕਰਕੇ, ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਰਕੇ ਜਾਂ ਠੀਕ ਅਪਰੋਚ ਨਾ ਕਰਕੇ ਉਹਨਾਂ ਨੂੰ ਜਿੱਤ ਮਿਲ ਗਈ, ਉਹਨਾਂ ਨੂੰ ਬਣੀ ਬਣਾਈ ਪਰੋਸ ਕੇ ਥਾਲੀ 'ਚ ਮਿਲ ਗਈ। ਉਹ ਆਪ ਮੰਨਦੇ ਹੁੰਦੇ ਸੀ ਕਿ ਕਾਂਗਰਸ ਦੀ ਸਥਿਤੀ ਇੰਨੀ ਵਧੀਆ ਨਹੀਂ, ਆਮ ਆਦਮੀ ਪਾਰਟੀ ਦੀ ਸਥਿਤੀ ਕਾਫੀ ਪਹਿਲਾਂ ਅੱਛੀ ਸੀਗੀ, 2-3 ਮਹੀਨੇ ਪਹਿਲਾਂ ਤੱਕ। ਲੇਕਿਨ ਇਸ ਵਾਰੀ ਫਿਰ ਉਹ ਇਹੀ ਸੋਚ ਕੇ ਚੱਲ ਰਹੇ ਸੀ ਕਿ ਦੂਜਿਆਂ ਸਾਰਿਆਂ ਦੀਆਂ ਨਾਕਾਮੀਆਂ, ਉਹ ਅਕਾਲੀਆਂ ਦੀ ਨਾਕਾਮੀ ਕਿ ਉਹ ਸਿਰੇ ਨਹੀਂ ਚੜ ਰਹੇ, ਉਹ ਆਪਣੀ ਬਦਲਾਅ ਨਹੀਂ ਕਰ ਰਹੇ, ਪਰਿਵਾਰਵਾਦ ਦੀ ਰਾਜਨੀਤੀ ਹੈ, ਤੇ ਦੂਜੇ ਬੰਨੇ ਆਮ ਆਦਮੀ ਪਾਰਟੀ ਕੋਲ ਕੋਈ ਵੱਡਾ ਚਿਹਰਾ ਨਹੀਂ ਸੀ। ਇੰਝ ਲੱਗਦਾ ਸੀ ਕੈਪਟਨ ਸੌਖਿਆ ਰਿਪੀਟ ਕਰਨਗੇ, ਕਿਉਂਕਿ ਵਿਰੋਧੀ ਜਿਹੜੇ ਆ ਉਹ ਤਾਕਤਵਰ ਨਹੀਂ ਰਹੇ। ਇਹਦਾ ਮਤਲਬ ਵਿਰੋਧੀਆਂ ਦੀ ਤਾਕਤ ਅਮਰਿੰਦਰ ਸਿੰਘ ਖਿੱਚ ਰਹੇ ਸੀਗੇ ਸਾਰੀ ਦੀ ਸਾਰੀ, ਉਹਦੇ ਤੇ ਖੇਡਣਾ ਚਾਹੁੰਦੇ ਸੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਕੋਲ 4.5 ਸਾਲ ਜਾਂ 5 ਸਾਲ ਦਾ ਪੀਰੀਅਡ ਸੀ, ਉਹ ਚਾਹੁੰਦੇ ਤੇ ਪਰਫਾਰਮ ਕਰਕੇ ਅੱਗੇ ਵਧਦੇ। ਹੁਣ ਇਹ ਕਹਿਣਾ ਕਿ ਸਿੱਧੂ ਉਹਨਾਂ ਦੀ ਬਣੀ ਬਣਾਈ ਖੀਰ ਦੇ ਵਿੱਚ ਖਰਾਬੀ ਕਰ ਗਿਆ, ਇਹਦੀ ਬਜਾਏ ਕੈਪਟਨ ਨੇ ਆਪਣੀ ਖੀਰ ਆਪ ਖਰਾਬ ਕਰ ਲਈ, ਮੈਨੂੰ ਲੱਗਦਾ ਇਹ ਵੀ ਪਹਿਲੂ ਆ। ਹੁਣ ਆਪਾਂ ਤੀਜੇ ਪਹਿਲੂ ਤੇ ਆਉਂਦੇ ਆ ਕਿ ਜੇ ਅਜੇ ਵੀ ਪਰਫਾਰਮ ਕਰਨ ਦਾ ਵੇਲਾ ਹੈ, ਕੀ ਹੋਇਆ? ਡਰੱਗ ਮਾਮਲੇ ਲੈ ਲਓ, ਬੇਅਦਬੀਆਂ ਵਾਲੀ ਗੱਲ ਤਾਂ ਚਲੋ ਅੱਗੇ ਵੱਧ ਰਹੀ ਹੈ ਕਿ ਉੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ, ਸਿੱਟ ਅੱਗੇ ਵੱਧ ਰਹੀ ਹੈ, ਲੇਕਿਨ ਜਿਹੜਾ ਮਸਲਾ 4.5 ਸਾਲ ਤੋਂ ਤੁਸੀਂ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਗੱਲ ਤੋਰੀ ਸੀਗੀ, ਅੱਜ 4.5 ਸਾਲ ਦਾ ਜਿਉਂ ਦਾ ਤਿਉਂ ਖੜਾ, ਤੇ ਉੱਤੇ ਪਾ ਲਓ ਕਾਰਵਾਈ। ਜਿਹੜੇ ਸਿੱਧੂ ਦੇ ਇਲਜ਼ਾਮ ਆ ਇਹਨਾਂ ਦੇ ਉੱਤੇ ਖੁੱਲੀ ਜਾਂਚ ਕਰਵਾ ਲਓ, ਇਨਵੈਸਟੀਗੇਸ਼ਨ ਸ਼ੁਰੂ ਕਰਾ ਦਿਓ, ਮਹੀਨੇ ਦਾ ਸਮਾਂ ਦੇ ਦਿਓ। ਜਿਹੜੀ ਵੀ ਜਾਂਚ ਕਮੇਟੀ ਬਣਾਉਣੀ ਆ ਉਹਨਾਂ ਨੂੰ ਕਹੋ ਮਹੀਨੇ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੋ। ਇਨਵੈਸਟੀਗੇਸ਼ਨਸ ਤਾਂ ਪਹਿਲਾਂ ਵੀ ਹੋਈਆਂ, ਉਹ ਸਾਰੀਆਂ ਰਿਪੋਰਟਾਂ ਸਬਮਿਟ ਹੋਈਆਂ ਕਿਤੇ ਨਾ ਕਿਤੇ, ਉਹਨਾਂ ਨੂੰ ਖੋਲ ਕੇ ਉਹਦੇ ਉੱਤੇ ਅੱਗੇ ਵਧ ਲਓ, ਮਹੀਨਾ ਲੈ ਲਓ। ਜੀ ਬਿਲਕੁਲ ਰੰਧਾਵਾ ਜੀ, ਤੁਸੀਂ ਇਹ ਗੱਲ ਦੱਸੋ ਕਿ 2.5 ਤੋਂ 3 ਸਾਲ ਹੋ ਗਏ, ਅੱਜ ਤੱਕ ਰਾਜਨੀਤੀ ਦੇ ਵਿੱਚ ਡਰੱਗ ਮੁੱਦੇ ਦੇ ਉੱਤੇ ਐਸਟੀਐਫ ਦੀ ਜਿਹੜੀ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਹੋਈ ਸੀ, ਸਿੱਧੂ ਉਹਨਾਂ ਵੀ ਆਪਣੀ ਗੱਲਾਂ ਦੇ ਵਿੱਚ ਇੱਕੋ ਹੀ ਐਲੀਗੇਸ਼ਨ ਲਾਉਂਦੇ ਨੇ ਕਿ ਉਹ ਬੰਦ ਲਿਫਾਫਾ ਅੱਜ ਤੱਕ ਬੰਦ ਕਿਉਂ ਹੈ। ਉਸ ਐਸਟੀਐਫ ਦੀ ਰਿਪੋਰਟ ਜਿਹਦੇ ਵਿੱਚ 34ਵੇਂ ਪਰਨੇ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਉਹਦੇ ਮਜੀਠੀਆ ਉਹਨਾਂ ਦੇ ਖਿਲਾਫ ਹੋਰ ਜ਼ਿਆਦਾ ਇਨਵੈਸਟੀਗੇਸ਼ਨ ਦੀ ਲੋੜ ਹੈਗੀ ਹੈ। ਇਹ ਸਿੱਧੂ ਕਹਿ ਰਹੇ ਇਹ ਸਾਡੇ ਕੋਲ ਰਿਪੋਰਟ ਨਹੀਂ ਆ, ਉਹ ਸਿੱਧੂ ਹੀ ਉਹਨੂੰ ਅੰਡਰਲਾਈਨ ਕਰਕੇ ਉਹੋ ਹੀ ਦੇ ਰਹੇ ਆਪਣੀ ਵੀਡੀਓ 'ਚ। ਅਸੀਂ ਨਹੀਂ ਕਹਿ ਰਹੇ, ਅਸੀਂ ਬਿਲਕੁਲ ਨਹੀਂ ਕਹਿ ਰਹੇ, ਪਰ ਸਿੱਧੂ ਉਹਨਾਂ ਉਸ ਰਿਪੋਰਟ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਕਿ ਤੁਹਾਨੂੰ ਯਾਦ ਹੋਏਗਾ ਉਹਨਾਂ ਦਿਨਾਂ ਦੇ ਵਿੱਚ ਹੀ ਉਸ ਰਿਪੋਰਟ ਨੂੰ ਦਿਖਾਉਂਦੇ ਹੋਏ ਉਹਨਾਂ ਨੇ ਕਿਹਾ ਸੀ ਵੀ 34ਵੇਂ ਪਰਨੇ ਦੇ ਵਿੱਚ ਇਹ ਗੱਲ ਲਿਖੀ ਹੈ। ਸਾਨੂੰ ਤੇ ਇਹ ਵੀ ਨਹੀਂ ਪਤਾ ਸੀ ਵੀ ਕਿੰਨੇ ਪੇਜ ਦੀ ਉਹ ਰਿਪੋਰਟ ਹੈਗੀ ਹੈ, ਪਰ ਉਹਦੇ ਵਿੱਚ ਇੱਕ ਨਵੀਂ ਗੱਲ ਰੰਧਾਵਾ ਜੀ ਪਤਾ ਲੱਗੀ ਹੈ ਕਿ ਜਿਸ ਐਕਸ਼ਨ ਦੀ ਗੱਲ ਸਿੱਧੂ ਉਹਨਾਂ ਪੁੱਛਦੇ ਨੇ ਕਿ ਵੀ ਉਸ ਰਿਪੋਰਟ ਦੇ ਉੱਤੇ ਐਕਸ਼ਨ ਕਿਉਂ ਨਹੀਂ ਹੋਇਆ, ਔਰ ਹਾਈ ਕੋਰਟ ਨੇ ਉਹ ਰਿਪੋਰਟ ਸਰਕਾਰ ਨੂੰ ਦਿੱਤੀ ਸੀਗੀ ਕਿ ਐਕਸ਼ਨ ਟੇਕਨ ਰਿਪੋਰਟ ਸਬਮਿਟ ਕਰੋ। ਪਤਾ ਇਹ ਲੱਗਿਆ ਕਿ ਐਕਸ਼ਨ ਟੇਕਨ ਰਿਪੋਰਟ ਸਰਕਾਰ ਨੇ ਉਸ ਰਿਪੋਰਟ ਦੇ ਉੱਤੇ ਹਾਈ ਕੋਰਟ ਦੇ ਵਿੱਚ ਪੇਸ਼ ਕਰਤੀ ਸੀਗੀ, ਜਮ੍ਹਾਂ ਕਰਾਤੀ ਸੀਗੀ, ਪਰ ਅੱਜ ਤੱਕ ਉਸ ਐਕਸ਼ਨ ਟੇਕਨ ਰਿਪੋਰਟ ਦਾ ਜ਼ਿਕਰ ਨਾ ਅਖਬਾਰਾਂ ਦੇ ਵਿੱਚ, ਨਾ ਮੀਡੀਆ ਦੇ ਵਿੱਚ, ਨਾ ਰਾਜਨੀਤੀ ਦੇ ਵਿੱਚ ਹੋਇਆ।
ਇਹ ਕਿਹੜੀ ਐਕਸ਼ਨ ਟੇਕਨ ਰਿਪੋਰਟ ਸੀਗੀ ਜਿਹੜੀ ਰਾਤ ਦੇ ਹਨੇਰੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਚੁੱਪਕੇ ਨਾਲ ਜਮ੍ਹਾਂ ਕਰਾ ਦਿੱਤੀ ਗਈ ਔਰ ਜਿਹਦਾ ਜ਼ਿਕਰ ਕੁਝ ਵੀ ਨਹੀਂ ਕੀਤਾ। ਹੁਣ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਜਿਹੜਾ ਸਿੱਧੂ ਉਹਨਾਂ ਅੱਜ ਐਲੀਗੇਸ਼ਨ ਲਾਉਂਦੇ ਨੇ, ਜਾਂ ਤੇ ਉਹ ਮਜੀਠੀਆ ਉਹਨਾਂ ਦੇ ਖਿਲਾਫ ਜਿਹੜੇ ਵੀ ਐਲੀਗੇਸ਼ਨ ਲੱਗੇ ਸੀਗੇ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਸਰਕਾਰ ਨੂੰ ਮਜੀਠੀਆ ਉਹਨਾਂ ਦੀ ਇਨਵੋਲਵਮੈਂਟ ਕਿਸੇ ਵੀ ਜਗ੍ਹਾ ਨਹੀਂ ਪਾਈ, ਤਾਂ ਹੀ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਉਹਨਾਂ ਦਾ ਕਿਸੇ ਜਗ੍ਹਾ ਨਾਂ ਨਹੀਂ ਆਇਆ। ਪਰ ਐਕਸ਼ਨ ਟੇਕਨ ਰਿਪੋਰਟ ਦਾ ਅੱਜ ਤੱਕ ਜ਼ਿਕਰ ਨਾ ਹੋਣਾ, ਨਾ ਸਰਕਾਰ ਵੱਲੋਂ, ਨਾ ਸਿੱਧੂ ਸਾਹਿਬ ਵੱਲੋਂ, ਨਾ ਕਿਸੇ ਹੋਰ ਧਿਰ ਤੋਂ, ਹਾਈ ਕੋਰਟ ਦੀ ਵੱਲੋਂ ਵੀ ਇਦਾਂ ਦੀ ਖਬਰ ਮੈਂ ਕਦੀ ਸੁਣੀ ਨਹੀਂ ਕਿ ਸਰਕਾਰ ਨੇ ਉਸ STF ਦੀ ਰਿਪੋਰਟ ਦੇ ਵਿੱਚ ਜਿਹੜਾ ਐਕਸ਼ਨ ਲਿੱਤਾ ਸੀਗਾ ਉਹਦੀ ਰਿਪੋਰਟ ਸਾਨੂੰ ਸਬਮਿਟ ਕਰਤੀ ਹੈ। ਇਹ 2.5-3 ਸਾਲਾਂ ਦੇ ਵਿੱਚ ਉਸ ਮਾਮਲੇ ਦੇ ਵਿੱਚ ਨਾ ਕੋਈ ਤਾਰੀਖ ਪਈ, ਨਾ ਕੋਈ ਖੁਲਾਸਾ ਹੋਇਆ। ਅੱਜ ਇਹ ਖੁਲਾਸਾ ਹੁੰਦਾ ਹੈ ਕਿ ਉਹ ਐਕਸ਼ਨ ਟੇਕਨ ਰਿਪੋਰਟ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਗਈ ਸੀ। ਸ਼ਾਇਦ ਸਿੱਧੂ ਉਹਨਾਂ ਨੂੰ ਜਿਸ ਤਰੀਕੇ ਨਾਲ ਉਹ STF ਦੀ ਰਿਪੋਰਟ ਮਿਲ ਗਈ ਸੀਗੀ, ਉਦਾਂ ਹੀ ਐਕਸ਼ਨ ਟੇਕਨ ਰਿਪੋਰਟ ਵੀ ਮਿਲ ਜਾਏ, ਕਿਉਂਕਿ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਐਕਸ਼ਨ ਟੇਕਨ ਰਿਪੋਰਟ ਸਬਮਿਟ ਹੋ ਚੁੱਕੀ ਹੈ। ਜੇ ਹੁਣ ਪਤਾ ਲੱਗ ਗਿਆ ਤੇ ਉਹਦਾ ਵੀ ਉਹ ਹਾਈ ਕੋਰਟ ਦੇ ਵਿੱਚੋਂ ਕਢਾ ਕੇ ਦੇਖਣ ਕਿ ਕੀ ਐਕਸ਼ਨ ਸਰਕਾਰ ਨੇ ਲਿੱਤਾ ਸੀਗਾ, ਕਿਉਂਕਿ ਸਾਨੂੰ ਤੁਹਾਨੂੰ ਕੁਝ ਨਹੀਂ ਪਤਾ ਕਿ ਉਸ ਰਿਪੋਰਟ ਦੇ ਵਿੱਚ ਕੀ ਸੀਗਾ, ਉਹਦੇ ਉੱਤੇ ਸਰਕਾਰ ਨੇ ਕੀ ਐਕਸ਼ਨ ਲਿੱਤਾ, ਸਰਕਾਰ ਉਸ ਐਕਸ਼ਨ ਲੈਣ ਦੀ ਮੰਗ ਦੇ ਉੱਤੇ ਵੀ ਕਿਉਂ ਚੁੱਪ ਹੈ। ਕਿਉਂ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਕਹਿੰਦੇ ਕਿ ਜਿਹੜੀ ਹਾਈ ਕੋਰਟ ਦੇ ਵਿੱਚ STF ਦੀ ਰਿਪੋਰਟ ਸੀ ਉਹਦੇ ਉੱਤੇ ਸਰਕਾਰ ਨੇ ਐਕਸ਼ਨ ਲੈ ਲਿਆ ਸੀਗਾ। ਇਹ ਸਾਰੇ ਹੀ ਗੱਲਾਂ ਕਿਉਂ ਛੁਪਾਈ ਜਾ ਰਹੀ ਹੈ ਲੋਕਾਂ ਤੋਂ? ਜੇ ਉਸ ਰਿਪੋਰਟ ਦੇ ਵਿੱਚ ਕਿਸੇ ਦੀ ਕੋਈ ਇਨਵੋਲਵਮੈਂਟ ਨਹੀਂ ਸੀ, ਇਹ ਛੁਪਾਣਾ ਇੱਕ ਬਹੁਤ ਵੱਡਾ ਆਪਣੇ ਆਪ ਵਿੱਚ ਇੱਕ ਹੋਰ ਜ਼ਿਆਦਾ ਇੱਕ ਸਵਾਲ ਪੈਦਾ ਕਰਦਾ ਹੈ ਕਿ ਵੀ ਕੀ ਲੋੜ ਹੈ ਸਰਕਾਰ ਨੂੰ ਇਹ ਛੁਪਾਉਣ ਦੀ ਕਿ ਅਸੀਂ ਐਕਸ਼ਨ ਟੇਕਨ ਰਿਪੋਰਟ ਦੇ ਚੁੱਕੇ ਹਾਂ। ਜੇ ਨਹੀਂ ਦਿੱਤੀ ਸੀਗੀ ਤੇ ਇਸ ਗੱਲ ਦਾ ਵੀ ਖੁਲਾਸਾ ਕਰਨ, ਕਿਉਂਕਿ ਸਾਡੇ ਸੂਤਰ ਇਹ ਦੱਸ ਰਹੇ ਨੇ ਐਕਸ਼ਨ ਟੇਕਨ ਰਿਪੋਰਟ ਉਸ STF ਦੀ ਰਿਪੋਰਟ ਦੇ ਉੱਤੇ ਕੋਰਟ ਵਿੱਚ ਪੇਸ਼ ਕਰ ਦਿੱਤੀ ਗਈ ਸੀ। ਜੇ ਸਾਡੇ ਸੂਤਰ ਗਲਤ ਨੇ ਤੇ ਸਰਕਾਰ ਸਾਹਮਣੇ ਆ ਕੇ ਗਏ ਕਿ ਨਹੀਂ, ਅਸੀਂ ਉਸ ਰਿਪੋਰਟ ਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤਾ, ਸਿੱਧੂ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ, ਔਰ ਅਸੀਂ ਬੜੀ ਛੇਤੀ ਉਸ ਰਿਪੋਰਟ ਦੇ ਉੱਤੇ ਐਕਸ਼ਨ ਲਵਾਂਗੇ। ਪਰ ਛੇਤੀ ਵੀ 3 ਸਾਲ ਬਾਅਦ, 3 ਸਾਲ ਬਾਅਦ ਛੇਤੀ ਕਿੰਨੀ ਕੁ ਛੇਤੀ ਹੁੰਦੀ ਹੈ ਇਹ ਰੰਧਾਵਾ ਜੀ ਤੁਸੀਂ ਵੀ ਜਾਣਦੇ ਹੋ ਕਿ ਰਾਜਨੀਤਿਕ ਗਲਿਆਰੇ ਦੇ ਵਿੱਚ ਕਿਸੇ ਗੱਲ ਨੂੰ ਮਿੱਟੀ ਪਾਣੀ ਹੋਏ ਤੇ ਉਹਨੂੰ ਬਸ ਇੱਕ ਦਰਾਜ ਦੇ ਵਿੱਚ ਬੰਦ ਕਰਕੇ ਲਿਫਾਫੇ ਨੂੰ ਹਮੇਸ਼ਾ ਵਾਸਤੇ ਉਹਦੀ ਚਾਬੀ ਖੋ ਜਾਂਦੀ ਹੈ। ਔਰ ਉਸ ਰਿਪੋਰਟ ਦੀ ਵੀ ਚਾਬੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਵਾਸਤੇ ਜ਼ਰੂਰ ਖੋ ਗਈ ਹੋਏਗੀ, ਪਰ ਸਿੱਧੂ ਉਹਨਾਂ ਬਾਰ-ਬਾਰ ਉਸ ਚਾਬੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਔਰ ਬਾਰ-ਬਾਰ ਉਸ ਦਰਾਜ ਨੂੰ ਫਲੋਲਣ ਦੀ ਕੋਸ਼ਿਸ਼ ਕਰਦੇ ਨੇ ਕਿ ਸ਼ਾਇਦ ਇਹਦੇ ਵਿੱਚੋਂ ਕੁਝ ਲੱਭ ਜਾਏ। ਮਿਹਰਬਾਨੀ ਤੁਹਾਡੀ। ਸੰਦੇਹ ਤਾਂ ਸੰਦੇਹ ਹੁੰਦਾ ਮਿੱਤਰੋ, ਸੰਦੇਹ ਤਾਂ ਸੰਦੇਹ ਹੈ। ਜੇਕਰ ਸੱਚਮੁੱਚ ਸਰਕਾਰ ਦੀ ਨੀਅਤ ਤੇ ਸੰਦੇਹ ਨਾ ਹੁੰਦਾ, ਸਰਕਾਰ ਸਾਫ਼ ਕਰ ਦਿੰਦੀ। ਅਸੀਂ ਉਹ ਸਾਰੀਆਂ ਰਿਪੋਰਟਾਂ ਦੇ ਉੱਤੇ ਜੋ ਕਾਰਵਾਈ ਕਰਨੀ ਸੀ ਕਰਤੀ, ਜਿਹਨੂੰ ਐਕਸ਼ਨ ਟੇਕਨ ਰਿਪੋਰਟ ਕਹਿ ਰਹੇ ਆ ਭਾਸਕਰ ਸਾਹਿਬ, ਕੋਰਟ 'ਚ ਸਬਮਿਟ ਕਰਤੀ ਕਿ ਇਹਦੀਆਂ ਅਸੀਂ ਫਰਦਰ ਇਨਵੈਸਟੀਗੇਸ਼ਨਸ ਕਰਵਾ ਲਈਆਂ, ਇਹ ਨਿਕਲਿਆ, ਇਹ ਨਹੀਂ ਨਿਕਲਿਆ, ਤੇ ਕੋਰਟ ਨੇ ਉਹਨੂੰ ਚੁੱਪ ਕਰਕੇ ਕਿਸੇ ਰੱਖਣੇ ਦੇ ਵਿੱਚ ਰੱਖਤਾ ਹੈ। ਲੇਕਿਨ ਧੂੜ ਤਾਂ ਉੱਡਦੀ ਹੈ, ਉਹ ਧੂੜ ਨੇ ਉੱਡਦੀ ਰਹਿਣਾ ਜਿੰਨਾ ਚਿਰ ਲੋਕਾਂ ਦੇ ਭਰਮ ਦੂਰ ਨਹੀਂ ਹੁੰਦੇ। ਸਵਾਲ ਤਾਂ ਸਵਾਲ ਬਣ ਕੇ ਜਦੋਂ ਅਦਾਲਤਾਂ 'ਚ ਬਾਹਰ ਆਉਣਗੇ ਉਹ ਤਾਂ ਰਹਿਣਗੇ ਹੀ, ਲੇਕਿਨ ਸਵਾਲ ਤਾਂ ਇਲੈਕਸ਼ਨਸ ਦੇ ਵਿੱਚ ਹਰ ਮੋੜ ਤੇ ਮਿਲਣਗੇ ਤੇ ਹਰ ਮੋੜ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਵੀ ਲੱਗਣਗੇ। ਲੇਕਿਨ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ, ਬਿਨਾਂ ਮਤਲਬ ਕਿਸੇ ਨੂੰ ਘਸੀਟਿਆ ਨਹੀਂ ਜਾਣਾ ਚਾਹੀਦਾ। ਤੇ ਜੇਕਰ ਕੋਈ ਸੱਚਮੁੱਚ ਦੋਸ਼ੀ ਹੈ ਤਾਂ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਸਮਾਜ ਤਾਂ ਹੀ ਬਚੂਗਾ। ਪੰਜਾਬ ਦੇ ਵਿੱਚੋਂ ਹੋ ਰਹੀ ਹਿਜਰਤ, ਲੋਕ ਬੱਚੇ ਬਚਾਉਣ ਲਈ ਉਹਨਾਂ ਨੂੰ ਕਹਿੰਦੇ ਬਾਹਰ ਚਲੇ ਜਾਓ, ਉੱਥੇ ਦਿਹਾੜੀਆਂ ਕਰ ਲਓ, ਇੱਥੇ ਕੋਈ ਐਵੇਂ ਤੁਹਾਨੂੰ ਜਾਂ ਨਸ਼ੇ ਲਾ ਦੂ ਜਾਂ ਨਸ਼ੇ 'ਚ ਫਸਾ ਦੂ ਜਾਂ ਪੁਲਿਸ ਕੇਸ ਬਣ ਜੂ ਜਾਂ ਕਿਸੇ ਪੋਲੀਟੀਸ਼ੀਅਨ ਦੇ ਅੜਿੱਕੇ ਚੜ ਜਾਓਗੇ। ਪੰਜਾਬ ਨਾ ਰਹਿ ਕੇ ਇੱਕ ਡਰ ਬਣ ਗਿਆ ਤੇ ਇਸ ਡਰ ਚੋਂ ਉੱਭਰਨ ਲਈ ਇੱਥੇ ਇੱਕ ਬਿਹਤਰ ਰਾਜ ਪ੍ਰਬੰਧ ਚਾਹੀਦਾ, ਜਿਹਦੇ ਤੇ ਅਜੇ 6 ਮਹੀਨੇ 7 ਮਹੀਨੇ ਦੀ ਹੋਰ ਸਰਕਾਰ ਕੈਪਟਨ ਸਾਹਿਬ ਚਲਾ ਰਹੇ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਲੋਕਾਂ ਦੇ ਇਹ ਡਰ, ਇਹ ਭਰਮ, ਇਹ ਸੰਦੇਹ ਦੂਰ ਕਰਨ। ਬਹੁਤ ਮਿਹਰਬਾਨੀ। ਧੰਨਵਾਦ ਜੀ।